ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ। ਆਪਾਂ ਜਿਵੇਂ ਕਿ ਤੁਹਾਡੇ ਨਾਲ ਪਹਿਲਾਂ ਇੰਡੀਅਨ ਹਿਸਟਰੀ ਦੀ ਇੱਕ ਵੀਡੀਓ ਸਾਂਝੀ ਕਰ ਚੁੱਕੇ ਹਾਂ। ਉਹਦੇ 'ਚ ਆਪਾਂ ਇੰਪੋਰਟੈਂਟ MCQ ਕੀਤੇ ਸੀਗੇ, ਤਾਂ 7 ਤੋਂ 8 MCQ ਆਪਾਂ ਉਹਦੇ 'ਚ ਕਰ ਲਏ। ਜਿਨ੍ਹਾਂ ਨੇ ਉਹ ਵਾਲੀ ਵੀਡੀਓ ਨਹੀਂ ਦੇਖੀ ਤਾਂ ਪਲੀਜ਼ ਉਹ ਪਹਿਲਾਂ ਉਹ ਵਾਲੀ ਵੀਡੀਓ ਵੀ ਦੇਖ ਲਿਓ, ਔਰ ਜਿਨ੍ਹਾਂ ਨੇ ਹਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਔਰ ਨਾਲ ਹੀ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ, ਤਾਂ ਜੋ ਜਦ ਵੀ ਕੋਈ ਵੀਡੀਓ ਅਪਡੇਟ ਕਰੀਏ ਦੈਨ ਉਹਦਾ ਨੋਟੀਫਿਕੇਸ਼ਨ ਤੁਰੰਤ ਤੁਹਾਡੇ ਤੱਕ ਪਹੁੰਚ ਸਕੇ। ਤਾਂ ਅੱਜ ਵੀ ਆਪਾਂ ਇਦੋਂ ਅਗਲੇ ਇੰਪੋਰਟੈਂਟ MCQ ਨੇ ਜਿਹੜੇ ਆਪਾਂ ਉਹ ਵਾਲੇ MCQ ਹੀ ਡਿਸਕਸ ਕਰਾਂਗੇ ਜਿਹੜੇ ਪਹਿਲਾਂ ਕਿਸੇ ਸਟੇਟ ਜਾਂ ਫਿਰ UPSC ਐਗਜ਼ਾਮ ਦੇ ਵਿੱਚ ਆਏ ਹੋਣਗੇ। ਓਕੇ, ਤਾਂ ਤੁਸੀਂ ਧਿਆਨ ਦੇ ਨਾਲ ਦੇਖਣਾ। ਦੇਖੋ, ਆਹ ਵਾਲੇ ਕੁਐਸਚਨ ਸੀ ਜਿਹੜੇ ਇਹ ਤਕਰੀਬਨ ਆਪਾਂ ਸਾਰੇ ਕਰ ਚੁੱਕੇ ਹਾਂ, ਤੇ ਅੱਜ ਆਪਾਂ ਜਿਹੜਾ ਸਟਾਰਟ ਕਰਨੇ ਆ ਕੁਐਸਚਨ ਉਹ ਆਪਾਂ 8ਵੇਂ ਕੁਐਸਚਨ ਤੋਂ ਸਟਾਰਟ ਕਰਾਂਗੇ। ਇਦੋਂ ਪਹਿਲਾਂ ਵਾਲੇ ਆਪਾਂ ਤੁਸੀਂ ਵੀਡੀਓ ਦੇਖ ਸਕਦੇ ਹੋ ਉਹਨੂੰ, ਠੀਕ ਆ। ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਪ੍ਰੋਵਾਈਡ ਕਰਵਾ ਦਾਂਗੇ, ਤਾਂ ਪਲੀਜ਼ ਪਹਿਲਾਂ ਉਹ ਵਾਲੀ ਵੀਡੀਓ ਤੁਸੀਂ ਦੇਖ ਲਿਓ, ਫਿਰ ਤੁਹਾਨੂੰ ਕਲੀਅਰ ਹੋ ਜਾਊਗਾ। ਦੇਖੋ, ਕੁਐਸਚਨ ਇਹਦਾ, ਵਿਚ ਵਨ ਆਫ ਦਾ ਫੋਲੋਇੰਗ ਵਾਜ਼ ਦਾ ਲਾਸਟ ਸਟੈਪ ਇਨ ਦਾ ਗਾਂਧੀਅਨ ਸਟ੍ਰੈਟਜੀ ਆਫ ਸੱਤਿਆਗ੍ਰਹਿ। ਦੇਖੋ, ਆਹ ਸੱਤਿਆਗ੍ਰਹਿ ਕਿਹਨਾਂ ਦੇ ਨਾਲ ਰਿਲੇਟ ਕਰਦਾ? ਗਾਂਧੀ ਜੀ ਨਾਲ। ਤਾਂ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਵਿੱਚੋਂ ਲਾਸਟ ਸਟੈਪ ਉਹਨਾਂ ਦਾ ਕਿਹੜਾ ਸੀ। ਮੈਂ ਤੁਹਾਨੂੰ ਉਹਦੇ 'ਚ ਫਸਟ ਵਾਲਾ ਦੱਸਿਆ ਹੋਇਆ ਸੀ। ਦੇਖੋ, ਇੱਕ ਆਪਾਂ ਗੱਲ ਕਰਨੀ ਆ ਵੀ ਮਹਾਤਮਾ ਗਾਂਧੀ ਜੀ ਕਹਿੰਦੇ ਸੀਗੇ ਵੀ ਵਰਤ 'ਤੇ ਬੈਠੋ, ਜਾਣੀ ਕਿ ਭੁੱਖ ਵਰਤ 'ਤੇ, ਤਾਂ ਉਹ ਫਾਸਟ ਨੂੰ ਕਹਿੰਦੇ ਸੀਗੇ ਫਾਇਰ ਐਰੋ। ਤਾਂ ਇਹ ਵੀ ਕੁਐਸਚਨ ਬਣ ਸਕਦਾ ਵੀ ਫਾਇਰ ਐਰੋ ਕਿਸ ਨੂੰ ਕਿਹਾ ਗਿਆ? ਉਹ ਆਪਾਂ ਕਹਾਂਗੇ ਫਾਸਟ ਨੂੰ ਕਿਹਾ ਗਿਆ। ਤੇ ਕਿੰਨਾਂ ਦੇ ਦੁਆਰਾ ਕਿਹਾ ਗਿਆ? MK ਗਾਂਧੀ ਜੀ ਨੇ ਕਿਹਾ। ਓਕੇ, ਕੀ ਕਿਹਾ? ਫਾਇਰ ਐਰੋ। ਔਰ ਫੈਮਿਲੀ ਪਲਾਨਿੰਗ ਦੇ ਲਈ ਗਾਂਧੀ ਜੀ ਦੇ ਕੀ ਵਿਚਾਰ ਸੀ? ਉਹ ਕਹਿੰਦੇ ਸੀ ਸੈਲਫ ਕੰਟਰੋਲ ਆ ਜਿਹੜਾ ਸਭ ਤੋਂ ਬੈਸਟ ਮੈਥਡ ਆ ਫੈਮਿਲੀ ਪਲਾਨਿੰਗ ਦੇ ਲਈ। ਤਾਂ ਇਹ ਤੁਸੀਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ। ਤਾਂ ਇਹਦਾ ਜਿਹੜਾ ਸਹੀ ਆਨਸਰ ਆ ਉਹ ਕੀ ਆ? ਸਟਰਾਈਕ। ਓਕੇ, ਤਾਂ ਲਾਸਟ ਸਟ੍ਰੈਟਜੀ, ਸਟਰਾਈਕ ਜਮਾ ਉਹ ਲਾਸਟ 'ਤੇ ਕਹਿੰਦੇ ਨੇ ਵੀ ਜਮਾ ਤੁਸੀਂ ਲਾਸਟ 'ਤੇ ਸਟਰਾਈਕ ਆ ਜਿਹੜੀ ਉਹ ਕਰਨੀ ਆ। ਓਕੇ, ਤਾਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੇਖ ਕੇ ਤੁਸੀਂ ਦੱਸਿਓ ਵੀ ਫਸਟ ਕਿਹਨੂੰ ਕਹਿੰਦੇ ਸੀ। ਤਾਂ ਇਹਦੇ ਨਾਲ ਹੀ ਇੱਥੇ ਆਪਾਂ ਹੋਰ ਇਹਨਾਂ ਦੇ ਫੈਕਟ ਦੀ ਗੱਲ ਕਰੀਏ ਮਹਾਤਮਾ ਗਾਂਧੀ ਜੀ ਬਾਰੇ, ਤਾਂ ਇਹ 9 ਜਨਵਰੀ, ਜਦੋਂ ਮਤਲਬ ਕਿ ਫਸਟ ਵਰਲਡ ਵਾਰ ਚੱਲਦੀ ਸੀ, ਹੁਣ 14 ਤੋਂ ਸਟਾਰਟ ਹੋਈ ਆ, ਇਹ 9 ਜਨਵਰੀ 1915 ਨੂੰ ਇੰਡੀਆ ਆਏ ਸੀਗੇ। ਤਾਂ ਇਹ ਗਏ ਕਿੱਥੇ ਸੀ? ਇਹ ਗਏ ਸੀ ਸਾਊਥ ਅਫਰੀਕਾ ਦੇ ਵਿੱਚ। ਤਾਂ ਉੱਥੋਂ ਇਹ ਵਾਪਸ ਕਦੋਂ 'ਚ ਗਏ ਨੇ? ਇਹ 1893 ਦੇ ਵਿੱਚ ਮਤਲਬ ਕਿ ਗਏ ਸੀਗੇ। ਉਦੋਂ 23-24 ਸਾਲ ਦੇ ਸੀ ਇਹ। ਤਾਂ ਤਕਰੀਬਨ ਕਿੰਨਾ ਸਾਲ ਰਹੇ ਨੇ ਉੱਥੇ? 21 ਸਾਲ। ਕਿੰਨੇ ਸਾਲ ਸਪੈਂਡ ਕੀਤੇ ਆ? 21 ਸਾਲ ਤਕਰੀਬਨ ਇੱਥੇ ਰਹੇ ਆ। ਔਰ ਇਹ ਕਰਨ ਕੀ ਗਏ ਸੀ ਉੱਥੇ? ਇੱਕ ਗੁਜਰਾਤ ਦਾ ਵਪਾਰੀ ਸੀਗਾ, ਗੁਜਰਾਤ ਦਾ ਵਪਾਰੀ ਸੀ, ਉਹਦਾ ਨਾਮ ਸੀ ਦਾਦਾ ਅਬਦੁੱਲਾ। ਆਹ ਤੁਸੀਂ ਨਾਮ ਧਿਆਨ ਦੇ ਵਿੱਚ ਰੱਖਣਾ। ਇਹਨਾਂ ਦਾ ਕੇਸ ਲੜਨ ਦੇ ਲਈ ਉੱਥੇ ਇਹ ਗਏ ਸੀਗੇ। ਇੱਥੋਂ ਤੱਕ ਕਲੀਅਰ ਆ ਪੁਆਇੰਟ। ਬਾਕੀ ਆਹ ਮੈਂ ਤੁਹਾਨੂੰ ਡੇਟ ਕਿਉਂ ਲਿਖਾਈ ਆ 9 ਜਨਵਰੀ 1915 ਵਾਲੀ ਡੇਟ ਆਪਾਂ ਕਿਉਂ ਲਿਖੀ ਆ? ਕਿਉਂਕਿ ਜਿਹੜੇ ਦਿਨ ਇੰਡੀਆ ਦੇ ਵਿੱਚ ਇਹ ਆਏ ਆ ਉਸੇ ਦਿਨ ਨੂੰ ਮਨਾਇਆ ਜਾਂਦਾ NRI ਡੇ। ਓਕੇ, ਇਹਦਾ ਹੁਣ ਤੁਹਾਨੂੰ ਅੱਗੇ ਕਲੀਅਰ ਹੋ ਗਿਆ ਤਾਂ ਆਪਾਂ ਕਿਵੇਂ ਮਨਾਉਂਦੇ ਆ। ਤਾਂ ਹੁਣ ਜਦੋਂ ਇੰਡੀਆ ਦੇ ਵਿੱਚ ਇਹਨਾਂ ਦੀ ਐਂਟਰੀ ਹੁੰਦੀ ਆ ਤਾਂ ਅਨੁਸਾਰ ਇਹਨਾਂ ਨੇ ਮਤਲਬ ਕਿ ਜਿਹੜੀ ਮੁਲਾਕਾਤ ਕੀਤੀ ਉਹ ਕੀਤੀ ਆ ਗੋਪਾਲ ਕ੍ਰਿਸ਼ਨ ਗੋਖਲੇ। ਗੋਪਾਲ ਕ੍ਰਿਸ਼ਨ ਗੋਖਲੇ, ਤਾਂ ਇਹੀ ਇਹਨਾਂ ਦੇ ਪੋਲੀਟੀਕਲ ਮੈਂਟਰ ਵੀ ਰਹੇ ਨੇ। ਓਕੇ, ਔਰ ਇਸ ਤੋਂ ਪਹਿਲਾਂ ਇਹਨਾਂ ਨੂੰ ਗਾਂਧੀ ਜੀ ਨੇ ਬੁਲਾਇਆ ਸੀ 1912 ਦੇ ਵਿੱਚ। ਸਾਊਥ ਅਫਰੀਕਾ ਦੇ ਵਿੱਚ ਗਏ ਵੀ ਸੀਗੇ, ਗਾਂਧੀ ਜੀ ਦੇ ਕਹਿਣ ਦੇ ਇਨਵੀਟੇਸ਼ਨ ਦਿੱਤਾ ਸੀਗਾ ਉਹਨਾਂ ਨੇ ਗੋਪਾਲ ਕ੍ਰਿਸ਼ਨ ਗੋਖਲੇ ਨੂੰ। ਤਾਂ ਆਹ ਉਮੀਦ ਕਰਦਾ ਵੀ ਤੁਹਾਨੂੰ ਇੰਨੇ ਕੁ ਪੁਆਇੰਟ ਆ ਜਿਹੜੇ ਕਲੀਅਰ ਹੋ ਗਏ ਹੋਣਗੇ। ਤਾਂ ਹੁਣ ਆਪਾਂ ਇਹਦੇ ਨਾਲ ਹੀ 2-4 ਪੁਆਇੰਟ ਨੇ ਜਿਹੜੇ ਇੱਥੇ ਹੋਰ ਕਰ ਲੈਂਦੇ ਆ। ਤਾਂ ਦੇਖੋ, 1901 ਦੇ ਵਿੱਚ ਕਾਂਗਰਸ ਦਾ ਇੱਕ ਸੈਸ਼ਨ ਹੋਇਆ। ਇਹ ਕਮੈਂਟ ਕਰਕੇ ਤੁਸੀਂ ਇਹਦਾ ਜਵਾਬ ਦੱਸਿਓ ਵੀ ਮਤਲਬ ਕਿੱਥੇ ਹੋਇਆ ਸੀਗਾ ਇਹ। ਤਾਂ ਇਹ ਕੀਤਾ ਸੀਗਾ ਸੈਸ਼ਨ, ਅਟੈਂਡ ਕੀਤਾ ਸੀ ਮਹਾਤਮਾ ਗਾਂਧੀ ਜੀ ਨੇ, ਠੀਕ ਆ। ਤਾਂ ਫਸਟ ਟਾਈਮ ਸੀਗਾ ਜਦੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਆਏ ਸੀ। ਤਾਂ ਹੁਣ ਤੁਸੀਂ ਕਹੋਗੇ ਵੀ 1800 ਆਪਾਂ ਕਿਹਾ ਵੀ ਉਹ 93 ਦੇ ਵਿੱਚ ਤਾਂ ਚਲੇ ਗਏ, ਤੇ ਮੈਂ ਤੁਹਾਨੂੰ ਕਿਹਾ ਵੀ ਉਹ 1915 ਦੇ ਵਿੱਚ ਆਏ। ਤਾਂ ਇਹ ਨਹੀਂ ਹੈਗਾ, ਇਹਦੇ ਵਿਚਾਲੇ ਇੱਕ ਵਾਰ ਉਹ ਪਹਿਲਾਂ ਵੀ ਐਂਟਰੀ ਕਰ ਗਏ ਸੀਗੇ ਉਹ, ਠੀਕ ਆ। ਵਿਚਾਲੇ ਇਹ ਤੋਂ ਪਹਿਲਾਂ ਉਹ ਆ ਗਏ ਸੀਗੇ 1901 ਦੇ ਵਿੱਚ। 1901 ਦੇ ਵਿੱਚ ਆਏ ਸੀ, ਔਰ ਉਦੋਂ ਉਹ ਕੀ ਕਰਕੇ ਗਏ ਸੀਗੇ? ਲਾਅ ਆਫਿਸ ਐਟ ਬੰਬੇ, ਠੀਕ ਆ। ਤਾਂ ਇਹ ਵੀ ਬਣਾ ਕੇ ਗਏ ਸੀ 1901 ਦੇ ਵਿੱਚ। ਤਾਂ ਤੁਸੀਂ ਇਹ ਸੈਸ਼ਨ ਦੱਸਣਾ ਵੀ ਇੰਡੀਅਨ ਨੈਸ਼ਨਲ ਕਾਂਗਰਸ ਦਾ ਉਹ ਕਿਹੜਾ ਸੈਸ਼ਨ ਸੀਗਾ। ਤਾਂ ਆਹ ਪੁਆਇੰਟ ਤੁਹਾਨੂੰ ਕਲੀਅਰ ਹੋਊਗਾ। ਬਾਕੀ ਜਦੋਂ ਆਪਾਂ ਕਿਹਾ 1893 ਦੇ ਵਿੱਚ ਇਹ ਗਏ, ਤਾਂ ਇਹ ਕਿੱਥੇ ਗਏ ਸੀ? ਡਰਬਨ। ਹੁਣ ਡਰਬਨ ਕਿੱਥੇ ਆ? ਇਹ ਹੈਗਾ ਸਾਊਥ ਅਫਰੀਕਾ ਦੇ ਵਿੱਚ।
ਤਾਂ ਆਹ ਤੁਹਾਨੂੰ ਇੰਨੇ ਕੁ ਮਹਾਤਮਾ ਗਾਂਧੀ ਜੀ ਨੂੰ ਲੈ ਕੇ ਪੁਆਇੰਟ ਨੇ ਜਿਹੜੇ, ਤਾਂ ਤੁਸੀਂ ਇਹਨਾਂ ਨੂੰ ਕਲੀਅਰ ਕਰਦੇ ਚਲੋ ਨਾਲ ਦੀ ਨਾਲ। ਔਰ ਇੱਕ ਦੇਖੋ ਇਹਨਾਂ ਦੇ ਨਾਲ ਸ਼ਬਦ ਆਉਂਦਾ ਮਹਾਤਮਾ, ਠੀਕ ਆ। ਤਾਂ ਇਹਦੇ ਬਾਰੇ ਵੀ ਆਪਾਂ ਅੱਗੇ ਗੱਲ ਕਰਾਂਗੇ, ਅੱਗੇ ਕੁਐਸਚਨ ਇਹਦੇ ਬਾਰੇ ਆਊਗਾ। ਓਕੇ, ਤਾਂ ਬਾਕੀ ਦੇ ਜਿਹੜੇ ਹੋਣਗੇ ਆਪਾਂ ਅਗਲੇ ਇਹਨਾਂ ਦੇ MCQ ਦੇ ਨਾਲ ਹੀ ਆਪਾਂ ਕਰ ਲਾਂਗੇ। ਹੁਣ ਦੇਖੋ 9ਵਾਂ ਕੁਐਸਚਨ ਕੀ ਕਹਿੰਦਾ, ਵੇਅਰ ਡਿਡ ਗਾਂਧੀ ਜੀ ਅਡੋਪਟ ਸੇਵਾ ਧਰਮ। ਤਾਂ ਹੁਣ ਸੇਵਾ ਧਰਮ ਇਹਨਾਂ ਨੇ ਕਿੱਥੇ ਅਡੋਪਟ ਕੀਤਾ ਸੀ, ਠੀਕ ਆ। ਇਹਦਾ ਪਹਿਲਾਂ ਸਹੀ ਆਨਸਰ ਸੁਣ ਲਓ, ਸਾਊਥ ਅਫਰੀਕਾ। ਤਾਂ ਸਾਊਥ ਅਫਰੀਕਾ ਦੇ ਵਿੱਚ ਕੀ ਸੀ, ਤਾਂ ਇਹ ਕੰਪਾਊਂਡਰ ਬਣੇ ਸੀਗੇ, ਯਾਨੀ ਕਿ ਕੰਪਾਊਂਡਰ ਬਣ ਕੇ ਵਲੰਟਰੀ ਸਰਵਿਸ ਕੀਤੀ ਇਹਨਾਂ ਨੇ, ਤਾਂ ਕਰਕੇ ਫਿਰ ਉਦੋਂ ਹੀ ਇਹਨਾਂ ਨੂੰ ਕੀ ਕਿਹਾ, ਸੇਵਾ ਧਰਮ ਕਿਹਾ ਗਿਆ। ਤਾਂ ਆਹ ਤੁਹਾਨੂੰ ਕਲੀਅਰ ਆ ਵੀ ਇਹਨਾਂ ਨੇ ਕਿੱਥੇ ਕੀਤੀ, ਸਾਊਥ ਅਫਰੀਕਾ ਦੇ ਵਿੱਚ, ਯਾਨੀ ਕਿ ਕੀ ਬਣੇ ਸੀ, ਕੰਪਾਊਂਡਰ ਬਣ ਗਏ ਸੀਗੇ। ਔਰ ਇੱਕ ਪੁੱਛਿਆ ਜਾਂਦਾ ਵੀ ਗਾਂਧੀ ਜੀ ਦੇ ਪਰਸਨਲ ਸੈਕਟਰੀ ਕੌਣ ਸੀਗੇ, ਉਹ ਸੀਗੇ ਪਿਆਰੇ ਲਾਲ। ਗਾਂਧੀ ਜੀ ਦੇ ਪਰਸਨਲ ਸੈਕਟਰੀ ਕੌਣ ਸੀਗੇ, ਉਹ ਸੀਗੇ ਇਹਨਾਂ ਦੇ ਪਿਆਰੇ ਲਾਲ ਸੀਗੇ। ਔਰ ਇਸੇ ਪਿਆਰੇ ਲਾਲ ਦੀ ਸਿਸਟਰ, ਪਿਆਰੇ ਲਾਲ ਦੀ ਜਿਹੜੀ ਸਿਸਟਰ ਸੀ, ਠੀਕ ਆ, ਉਹਦਾ ਨਾਮ ਸੀ ਡਾਕਟਰ ਸੁਸ਼ੀਲਾ, ਠੀਕ ਆ। ਵੈਸੇ ਨਾਮ ਤਾਂ ਹੋਰ ਵੀ ਹੈ, ਤੁਸੀਂ ਬਸ ਇੰਨੀ ਯਾਦ ਰੱਖਿਓ, ਡਾਕਟਰ ਸੁਸ਼ੀਲਾ ਅਈਅਰ। ਇਹ ਇਹਨਾਂ ਗਾਂਧੀ ਜੀ ਦੀ ਪਰਸਨਲ ਡਾਕਟਰ ਆ, ਠੀਕ ਆ, ਇਹਨਾਂ ਦੇ ਪਰਸਨਲ ਡਾਕਟਰ ਸੀਗੇ। ਤਾਂ ਆਹ ਤੁਸੀਂ ਧਿਆਨ ਦੇ ਵਿੱਚ ਰੱਖਣਾ, ਉਹਨਾਂ ਦਾ ਸੈਕਟਰੀ ਹੋ ਗਿਆ ਔਰ ਉਹਨਾਂ ਦੀ ਡਾਕਟਰ ਹੋ ਗਿਆ। ਤਾਂ ਇਹਨਾਂ ਨੂੰ ਲੈ ਕੇ ਵੀ ਕੁਐਸਚਨ ਬਣਿਆ ਹੋਇਆ, ਮੈਂ ਤੁਹਾਨੂੰ ਉਹੀ ਪੁਆਇੰਟ ਕਰਵਾਊਂਗਾ ਜਿਹੜੇ ਕਿਸੇ ਐਗਜ਼ਾਮ ਦੇ ਵਿੱਚ ਪਹਿਲਾਂ ਪੁੱਛੇ ਗਏ ਆ ਜਾਂ ਫਿਰ ਆਉਣ ਦੀ ਸੰਭਾਵਨਾ ਹੈਗੀ ਆ। ਤਾਂ ਤੁਸੀਂ ਇਹਨਾਂ ਨੂੰ ਧਿਆਨ ਦੇ ਨਾਲ ਨੋਟ ਕਰਨਾ, ਔਰ ਇਹਨਾਂ ਨੂੰ ਇੱਕ ਜੋ 2 ਵਾਰ ਵੈਸੇ ਵੀ ਤੁਸੀਂ ਵੀਡੀਓ ਨੂੰ ਫਾਸਟ ਕਰਕੇ ਬਾਅਦ ਦੇ ਵਿੱਚ ਦੇਖ ਲਿਓ, ਤਾਂ ਰਿਵਾਈਜ਼ ਤੁਹਾਡੀ ਹੋ ਜਾਣਗੇ, ਆਪਣੇ ਆਪ ਹੀ ਹੋ ਜਾਣਗੇ। ਓਕੇ, ਜੇ ਹੁਣ ਆਪਾਂ ਦੇਖੀਏ ਵੀ ਸੱਤਿਆਗ੍ਰਹਿ ਕੀ ਆ, ਅਸਲ ਦੇ ਵਿੱਚ ਇੱਕ ਆਸ਼ਰਮ ਆ, ਠੀਕ ਆ। ਕੁਚਰਬ ਬੰਗਲੋ ਮਤਲਬ ਕਿਹਦਾ ਸੀਗਾ, ਜੀਵਨ ਲਾਲ ਦੇਸਾਈ, ਜਿਹੜਾ ਕਿ ਗਾਂਧੀ ਜੀ ਦਾ ਮਿੱਤਰ ਸੀ, ਠੀਕ ਆ। ਤਾਂ ਕਿਹੜਾ ਬੰਗਲੋ, ਮਤਲਬ ਬੰਗਲਾ ਕਹਿ ਸਕਦੇ ਹੋ ਤੁਸੀਂ, ਕੁਚਰਬ, ਮੈਂ ਬੰਗਲੋ ਹੀ ਲਿਖ ਦਿੰਦਾ, ਬੰਗਲੋ, ਠੀਕ ਆ। ਤਾਂ ਇਹ ਕਿਹਦਾ ਸੀਗਾ, ਜੀਵਨ ਲਾਲ ਦੇਸਾਈ ਦਾ, ਜੀਵਨ ਲਾਲ ਦੇਸਾਈ, ਇਹ ਗਾਂਧੀ ਜੀ ਦਾ ਫਰੈਂਡ ਹੀ ਸੀਗਾ, ਠੀਕ ਆ। ਤਾਂ ਇਹਦਾ ਸੀਗਾ, ਤਾਂ ਇਹ ਮਤਲਬ ਕਿ ਇਹਨਾਂ ਨੇ 1915 ਦੇ ਵਿੱਚ ਉਹ ਕਰ ਲਿਆ ਸੀਗਾ, 1915 ਦੇ ਵਿੱਚ ਇੱਥੇ ਸ਼ੁਰੂ ਕਰਿਆ ਸੀਗਾ ਇਹਨਾਂ ਨੇ ਆ ਕੇ ਸੱਤਿਆਗ੍ਰਹਿ ਵਾਲਾ ਸਿਸਟਮ। ਓਕੇ, ਫਿਰ ਇਹ ਤੋਂ 2 ਸਾਲ ਬਾਅਦ, ਯਾਨੀ ਕਿ 17 ਜੂਨ, ਇੰਨਾ ਤਾਂ ਡਿਟੇਲ 'ਚ ਨਾ ਜਾਓ, 1917 ਦੇ ਵਿੱਚ ਇਹਨੂੰ ਐਕਸਪੈਂਡ ਕਰਤਾ ਇਹਨਾਂ ਨੇ ਹੋਰ, ਠੀਕ ਆ। ਤਾਂ ਐਕਸਪੈਂਡ ਕੀ ਕੀਤਾ, ਯਾਨੀ ਕਿ 37 ਏਕੜ ਸਾਬਰਮਤੀ ਤੱਕ ਹੋਰ ਕਰਤੇ, 37 ਏਕੜ। ਤਾਂ ਹੁਣ ਇੱਥੇ ਸਾਬਰਮਤੀ ਕਿਹੜੀ ਬੈਂਕ ਆ ਗਈ ਐਟ ਸਾਬਰਮਤੀ, ਹੁਣ ਕਿਹੜੀ ਨਦੀ ਦੇ ਕਿਨਾਰੇ ਤੇ ਆ, ਇਹ ਵੀ ਤੁਹਾਨੂੰ ਕਲੀਅਰ ਹੋ ਗਿਆ, ਸਾਬਰਮਤੀ ਦੇ ਤੱਕ। ਹੁਣ ਸਾਬਰਮਤੀ ਕਿੱਥੇ, ਅਹਿਮਦਾਬਾਦ, ਹੁਣ ਅਹਿਮਦਾਬਾਦ ਕਿੱਥੇ ਹੈ ਤਾਂ ਤੁਹਾਨੂੰ ਕਲੀਅਰ ਹੋਊਗਾ ਹੀ। ਤਾਂ ਫਿਰ ਇਹ ਤੋਂ ਬਾਅਦ ਜਦੋਂ ਸਾਬਰਮਤੀ ਨਦੀ ਦੇ ਕਿਨਾਰੇ ਤੇ ਸੀ, ਤਾਂ ਸਾਬਰਮਤੀ ਆਸ਼ਰਮ ਦੇ ਨਾਂ ਨਾਲ ਵੀ ਇਹਨੂੰ ਜਾਣਿਆ ਜਾਣ ਲੱਗਿਆ। ਤਾਂ ਇਹ ਬੇਸਿਕ ਪੁਆਇੰਟ ਨੇ ਜਿਹੜੇ ਤੁਸੀਂ ਇਹਨਾਂ ਨੂੰ ਕਲੀਅਰ ਕਰਨੇ ਸੀਗੇ। ਤਾਂ ਹੁਣ ਦੇਖੋ ਸੱਤਿਆਗ੍ਰਹਿ ਸ਼ਬਦ ਆ ਤੁਸੀਂ ਨੋਟ ਕਰ ਲਿਆ ਹੋਊਗਾ। ਹੁਣ ਜਿਹੜਾ ਸੱਤਿਆਗ੍ਰਹਿ ਸ਼ਬਦ ਆ, ਆਪਾਂ ਪਹਿਲਾਂ ਵਾਲੇ ਕੁਐਸਚਨ ਦੇ ਵਿੱਚ ਇਹਦੇ ਬਾਰੇ ਗੱਲ ਕਰੀ ਆ, ਸੱਤਿਆਗ੍ਰਹਿ। ਹੁਣ ਜਿਹੜਾ ਸੱਤਿਆਗ੍ਰਹਿ ਸ਼ਬਦ ਆ, ਇਹ ਬਣਿਆ ਕੀ ਤੋਂ ਆ, ਸਦਾਗ੍ਰਹਿ ਤੋਂ, ਠੀਕ ਆ। ਕੀ ਤੋਂ ਬਣਿਆ, ਸਦਾ ਗ੍ਰਹਿ ਤੋਂ ਮਿਲ ਕੇ ਬਣਿਆ। ਔਰ ਇਹ ਟਰਮ ਸਭ ਤੋਂ ਪਹਿਲਾਂ ਜਿਹੜੀ ਫਸਟ ਯੂਜ਼ ਕੀਤੀ ਸੀ, ਇਹ MCQ ਆਇਆ ਹੋਇਆ। ਤਾਂ ਇਹ ਫਸਟ ਟਾਈਮ ਆ ਜਿਹੜੀ ਟਰਮ ਉਹ ਕਿਹਨੇ ਯੂਜ਼ ਕੀਤੀ ਸੀ, ਉਹ ਕੀਤੀ ਸੀ ਮਹਾਤਮਾ ਗਾਂਧੀ ਦੇ ਭਤੀਜੇ ਸੀਗੇ, ਉਹਨਾਂ ਦਾ ਨਾਮ ਸੀ ਮਗਨ ਲਾਲ, ਮਗਨ ਲਾਲ ਗਾਂਧੀ ਜੀ। ਤਾਂ ਇਹ ਸੀਗੇ ਇਹਨਾਂ ਦੇ ਭਤੀਜੇ, ਮਹਾਤਮਾ ਗਾਂਧੀ ਜੀ ਦੇ ਕੀ ਨੇ, ਇਹ ਭਤੀਜੇ ਨੇ, ਨੈਫਿਊ ਨੇ। ਤਾਂ ਇਹਨਾਂ ਨੇ ਪਹਿਲੀ ਵਾਰ ਇਹ ਟਰਮ ਯੂਜ਼ ਕੀਤੀ ਸੀ ਸਦਾਗ੍ਰਹਿ। ਤਾਂ ਮਤਲਬ ਇਹਨਾਂ ਤੋਂ ਬਾਅਦ ਦੇ ਵਿੱਚ ਹੀ ਬਣ ਗਿਆ, ਜਾਣੀ ਕਿ ਸੱਤਿਆ ਮਤਲਬ ਟਰੁੱਥ ਹੋ ਗਿਆ, ਔਰ ਗ੍ਰਹਿ ਮਤਲਬ ਹੋ ਗਿਆ ਇੰਸਿਸਟੈਂਸ। ਤਾਂ ਇਹ ਤੁਸੀਂ ਪੁਆਇੰਟ ਆ ਜਿਹੜੇ ਤੁਹਾਨੂੰ ਕਲੀਅਰ ਹੋਣਗੇ। ਅੱਗੇ ਆਉਂਦਾ ਵੀ ਕਿਹੜਾ ਗ੍ਰਹਿ ਸੀ, ਠੀਕ ਆ, ਕਿਹੜਾ, ਚੰਪਾਰਣ ਸੱਤਿਆਗ੍ਰਹਿ, ਇਹਦੇ ਬਾਰੇ ਤੁਸੀਂ ਧਿਆਨ ਰੱਖਣਾ ਜ਼ਿਆਦਾਤਰ। ਚੰਪਾਰਣ ਸੱਤਿਆਗ੍ਰਹਿ ਇਹ ਕਦੋਂ ਸੀਗਾ, 1917 ਦੇ ਵਿੱਚ। ਔਰ ਇਹ ਗਾਂਧੀ ਜੀ ਦਾ ਫਸਟ ਐਂਡ ਸਕਸੈਸ, ਯਾਨੀ ਕਿ ਫਸਟ ਵੀ ਔਰ ਸਫਲ ਵੀ। ਤਾਂ ਸਭ ਤੋਂ ਪਹਿਲਾਂ ਤੇ ਜਿਹੜਾ ਰਿਹਾ ਸਫਲ ਸੱਤਿਆਗ੍ਰਹਿ, ਉਹ ਕਿਹੜਾ ਸੀ, ਚੰਪਾਰਣ ਸੱਤਿਆਗ੍ਰਹਿ। ਓਕੇ, ਦੇਖੋ ਇਹ ਤੋਂ ਪਹਿਲਾਂ ਇਹਨਾਂ ਨੇ ਸਾਊਥ ਅਫਰੀਕਾ ਦੇ ਵਿੱਚ, ਇਸ ਤੋਂ ਪਹਿਲਾਂ ਸਾਊਥ ਅਫਰੀਕਾ ਦੇ ਵਿੱਚ ਇਨਐਕਟਿਵ ਰੈਜ਼ਿਸਟੈਂਸ ਸ਼ੁਰੂ ਕਰਤਾ ਸੀ ਇਹਨਾਂ ਨੇ, ਉਹਦਾ ਨਾਮ ਬਦਲ ਕੇ ਬਾਅਦ ਦੇ ਵਿੱਚ ਵੀ ਇਹਨਾਂ ਨੇ ਸੱਤਿਆਗ੍ਰਹਿ ਕਰਤਾ ਸੀਗਾ। ਤਾਂ ਆਹ ਤੁਸੀਂ ਧਿਆਨ ਰੱਖਣਾ। ਔਰ ਗਾਂਧੀ ਜੀ ਕਿਹੜੇ ਕਿਹੜੇ ਰਾਈਟਰਾਂ ਤੋਂ ਪ੍ਰਭਾਵਿਤ ਸੀਗੇ, ਮੈਂ 1-2 ਦੇ ਨਾਮ ਦੱਸ ਦੂੰਗਾ, ਔਰ ਤੀਸਰਾ ਰਾਈਟਰ ਮੈਂ ਉਮੀਦ ਕਰਦਾ ਵੀ ਤੁਸੀਂ ਉਹਨੂੰ ਕਮੈਂਟ ਕਰਕੇ ਦੱਸਿਓ। ਇੱਕ ਤਾਂ ਸੀ ਜੋਹਨ ਰਸਕਿਨ, ਠੀਕ ਆ, ਜੋਹਨ ਰਸਕਿਨ, ਇਹਦੀ ਬੁੱਕ ਸੀ ਅਨਟੂ ਦਾ ਲਾਸਟ।
ਅਨਟੂ ਦ ਲਾਸਟ। ਤਾਂ ਇਹਨਾਂ ਤੋਂ ਤਾਂ ਮਤਲਬ ਕਿ ਸਰੀਰਕ ਲੇਬਰ ਵਾਲੀ ਸਾਈਡ ਨੂੰ ਇਹ ਪ੍ਰਭਾਵਿਤ ਹੋਏ ਵੇ ਸੀਗੇ। ਔਰ ਇੱਕ ਦਾ ਨਾਮ ਸੀਗਾ ਟੋਲਸਟੋਏ, ਠੀਕ ਆ। ਤਾਂ ਇਹਦੇ ਤੋਂ ਇਹ ਪ੍ਰਭਾਵਿਤ ਸੀਗੇ ਨੌਨ ਵਾਇਲੈਂਸ ਨੂੰ ਲੈ ਕੇ, ਠੀਕ ਆ। ਇੱਕ ਸੀ ਮਤਲਬ ਕਿ ਸਿਵਲ ਡਿਸਓਬੀਡੀਐਂਸ ਦੇ ਨਾਲ ਕਿਹਦੇ ਤੋਂ ਪ੍ਰਭਾਵਿਤ ਸੀਗੇ ਔਰ ਉਹ ਕਿਹੜੇ ਰਾਈਟਰ ਸੀਗੇ, ਠੀਕ ਆ। ਤਾਂ ਇਹ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਮਤਲਬ ਕਿ ਕਿਹੜੇ ਰਾਈਟਰ ਦੇ ਨਾਲ ਇਹਨਾਂ ਦਾ ਨਾਮ ਇਹ ਜੁੜਦਾ ਗਾ। ਉਮੀਦ ਕਰਦਾ ਵੀ ਤੁਹਾਨੂੰ ਇੰਨੇ ਮਹਾਤਮਾ ਗਾਂਧੀ ਜੀ ਬਾਰੇ ਜਿੰਨੇ ਇੰਪੋਰਟੈਂਟ ਪੁਆਇੰਟ ਸੀ ਉਹ ਤੁਹਾਨੂੰ ਕਲੀਅਰ ਹੋ ਗਏ ਹੋਣਗੇ, ਠੀਕ ਆ। ਤਾਂ ਚੰਪਾਰਣ ਸੱਤਿਆਗ੍ਰਹਿ ਆਪਾਂ ਗੱਲ ਕਰ ਲਈ। ਦੇਖੋ ਇਹਨਾਂ ਦਾ ਇੱਕ ਸੀਗਾ ਚੰਪਾਰਣ ਸੱਤਿਆਗ੍ਰਹਿ ਸਭ ਦੇ ਨਾਲ ਹੈਗਾ 1917। ਇਹ ਮਤਲਬ ਕਿ ਨੀਲ ਦੇ ਖਿਲਾਫ ਵਾਲਾ, ਨੀਲ ਦੀ ਖੇਤੀ ਵਾਲਾ ਸਿਸਟਮ ਸੀਗਾ ਜਿਹੜਾ, ਅਤੇ ਉਹਦੇ ਨਾਲ ਖਿਲਾਫ ਸੀਗਾ। ਔਰ ਇਹ ਇਹਨਾਂ ਦਾ ਪਹਿਲਾ ਜਿਹੜਾ ਸੀਗਾ ਸਫਲ ਵੀ ਆ। ਫਿਰ ਇਹ ਤੋਂ ਬਾਅਦ ਸੀਗਾ ਅਹਿਮਦਾਬਾਦ ਮਿਲ ਸਟਰਾਈਕ ਵਾਲਾ, ਠੀਕ ਆ। ਤਾਂ ਇਹ ਮਤਲਬ ਉਦੋਂ ਪਲੇਗ ਬੋਨਸ ਕਰਕੇ ਸੀਗਾ ਉਦੋਂ। ਅਤੇ ਇਸ ਤੋਂ ਬਾਅਦ ਖੇੜਾ ਸੱਤਿਆਗ੍ਰਹਿ 1918, ਮਤਲਬ ਇਹਦੇ 'ਚ ਹਾਈ ਟੈਕਸ ਪੇਮੈਂਟ ਨੂੰ ਲੈ ਕੇ ਸੀਗਾ, ਉਹਦੇ ਕਰਕੇ ਸੀਗਾ ਇਹ। ਤਾਂ ਤੁਸੀਂ ਇਹਨਾਂ ਨੂੰ ਇੰਨੇ ਕੁ ਜਿਹੜੇ ਇੰਪੋਰਟੈਂਟ ਨੇ, ਜਿਵੇਂ ਕਿ ਖੇੜਾ ਸੱਤਿਆਗ੍ਰਹਿ 22 ਮਾਰਚ 1918। ਫਿਰ ਨੌਨ ਕੋਆਪਰੇਸ਼ਨ ਸੀਗੀ ਜਿਹੜੀ, ਨਾ ਮਿਲਵਰਤਨ, ਨੌਨ ਕੋਆਪਰੇਸ਼ਨ ਮੂਵਮੈਂਟ ਸੀ ਜਿਹੜੀ, ਇਹ ਇਹਨਾਂ ਨੇ ਚਲਾਈ ਸੀ 1920 ਤੋਂ ਲੈ ਕੇ 22 ਤੱਕ, ਕਲੀਅਰ ਆ। ਫਿਰ ਇੱਕ ਇਹਨਾਂ ਨੇ ਸਿਵਲ ਡਿਸਓਬੀਡੀਐਂਸ ਚਲਾਈ ਸੀ 1930 ਦੇ ਵਿੱਚ। ਔਰ ਕੁਇਟ ਇੰਡੀਆ ਮੂਵਮੈਂਟ, ਇਹਨੂੰ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕੁਇਟ ਇੰਡੀਆ ਮੂਵਮੈਂਟ ਕਦੋਂ ਚਲਾਈ ਸੀ ਔਰ ਕਿੱਥੋਂ ਸਟਾਰਟ ਕੀਤੀ ਸੀ। ਤਾਂ ਆਹ ਤੁਸੀਂ ਪੁਆਇੰਟ ਸੀ ਜਿਹੜੇ, ਦੇਖੋ ਕੁਐਸਚਨ ਆਪਾਂ ਹਜੇ ਤੱਕ 2 ਡਿਸਕਸ ਕੀਤੇ ਆ। ਤਾਂ ਇਹਨਾਂ ਦੇ ਵਿੱਚੋਂ ਤਕਰੀਬਨ ਆਪਾਂ 20-25 ਕੁਐਸਚਨ ਜਿਹੜੇ ਵੀ ਬਣਨ ਦੀ ਸੰਭਾਵਨਾ ਸੀ, ਪੋਸੀਬਿਲਿਟੀ ਹੁੰਦੀ ਆ, ਤਾਂ ਉਹ ਆਪਾਂ ਸਾਰੇ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਤੋਂ ਬਾਅਦ ਦੇਖੋ 10ਵਾਂ ਕੁਐਸਚਨ। ਤਾਂ ਇਹਦੇ ਵਿੱਚੋਂ ਚੰਪਾਰਣ ਸੱਤਿਆਗ੍ਰਹਿ ਨੂੰ ਲੈ ਕੇ ਜਿਹੜਾ ਦੱਸਣਾਗਾ, ਦੇਖੋ ਇਹਦੇ 'ਚ ਲੰਬੀਆਂ ਸਟੇਟਮੈਂਟ ਨੇ, ਤੁਸੀਂ ਬਾਅਦ ਦੇ ਵਿੱਚ ਦੇਖ ਲਓ। ਮੈਂ ਤੁਹਾਨੂੰ ਇਹਦਾ ਕਰੈਕਟ ਆਨਸਰ ਦੱਸਦਾ। ਇਹਦੀ ਕਰੈਕਟ ਆਪਸ਼ਨ ਆ ਏ। ਤਾਂ ਐਕਟਿਵ ਆਲ ਇੰਡੀਆ ਪਾਰਟੀਸਪੇਸ਼ਨ ਆਫ ਲਾਇਰ, ਸਟੂਡੈਂਟ ਐਂਡ ਵੂਮਨ ਇਨ ਦਾ ਨੈਸ਼ਨਲ ਮੂਵਮੈਂਟ। ਤਾਂ ਆ ਇਹਦਾ ਬਿਲਕੁਲ ਕਰੈਕਟ ਆ। ਤਾਂ ਬਾਕੀ ਤੁਸੀਂ ਇਹਨਾਂ ਨੂੰ ਪੜ੍ਹਨਾ ਹੋਇਆ ਤਾਂ ਇੱਕ ਵਾਰੀ ਦੇਖ ਸਕਦੇ ਹੋ, ਨਹੀਂ ਆਪਣਾ ਟਾਈਮ ਵੇਸਟ ਆ। ਆਪਾਂ ਅਗਲਾ ਕੁਐਸਚਨ ਦੇਖਦੇ ਹਾਂ। ਅੱਗੇ ਦੇਖੋ, ਹੂ ਵਾਜ਼ ਦਾ ਫਸਟ ਪਰਸਨ ਟੂ ਕਾਲ ਮਹਾਤਮਾ ਗਾਂਧੀ ਫਾਦਰ ਆਫ ਨੇਸ਼ਨ। ਦੇਖੋ ਬੜਾ ਇੰਪੋਰਟੈਂਟ ਕੁਐਸਚਨ ਆ, ਤੁਹਾਨੂੰ ਵੀ ਕੁਝ ਜਾਣਨ ਲਈ ਨਵਾਂ ਹੀ ਮਿਲੂਗਾ। ਤਾਂ ਧਿਆਨ ਨਾਲ ਦੇਖਿਆ ਕਰੋ ਔਰ ਕਾਪੀ ਪੈਨ ਆਪਣਾ ਨਾਲ ਲੈ ਕੇ ਨੋਟ ਕਰਿਆ ਕਰੋ। ਹੂ ਵਾਜ਼ ਦਾ ਫਸਟ ਪਰਸਨ ਟੂ ਕਾਲ ਮਹਾਤਮਾ ਗਾਂਧੀ ਫਾਦਰ ਆਫ ਨੇਸ਼ਨ। ਹੁਣ ਦੇਖੋ ਇਹਦੇ 'ਚ 2 ਗੱਲਾਂ ਦੇਖਣ ਯੋਗ ਹੁੰਦੀਆਂ ਨੇ ਵੀ ਇੱਕ ਤਾਂ ਇਹਨਾਂ ਨੂੰ ਫਾਦਰ ਆਫ ਅ ਨੇਸ਼ਨ ਕਿਹਨੇ ਕਿਹਾ, ਔਰ ਦੂਸਰਾ ਹੁੰਦਾ ਇਹਨਾਂ ਦੇ ਨਾਂ ਦੇ ਨਾਲ ਮਹਾਤਮਾ। ਦੇਖੋ ਆ ਜਿਹੜਾ ਸ਼ਬਦ ਲੱਗਿਆ ਮਹਾਤਮਾ, ਇਹ ਕਿਹਨੇ ਕਿਹਾ। ਤਾਂ ਪਹਿਲਾਂ ਆਪਾਂ ਮਹਾਤਮਾ ਸ਼ਬਦ ਦੀ ਗੱਲ ਕਰਦੇ ਹਾਂ। ਮੈਂ ਹੁਣੇ ਤੁਹਾਨੂੰ ਦੱਸਿਆ ਚੰਪਾਰਣ ਸੱਤਿਆਗ੍ਰਹਿ, ਠੀਕ ਆ। ਆਪਾਂ ਚੰਪਾਰਣ ਸੱਤਿਆਗ੍ਰਹਿ ਦੀ ਗੱਲ ਕਰੀ, ਇਹਦੇ 'ਚ ਆਪਾਂ ਕੀ ਕਿਹਾ, ਇਹਨਾਂ ਦਾ ਇਹ ਫਸਟ ਔਰ ਸਕਸੈਸ ਰਿਹਾ ਸੀਗਾ, ਹੈ ਨਾ, ਨੀਲ ਦੀ ਖੇਤੀ ਨੂੰ ਲੈ ਕੇ। ਤਾਂ ਇਹਦੇ 'ਚ ਰਵਿੰਦਰ ਨਾਥ ਟੈਗੋਰ ਨੇ, ਹੁਣ ਤੁਹਾਨੂੰ ਰਵਿੰਦਰ ਨਾਥ ਟੈਗੋਰ ਯਾਦ ਆ ਗਿਆ। ਰਵਿੰਦਰ ਨਾਥ ਟੈਗੋਰ ਨੇ ਟਾਈਟਲ ਦਿੱਤਾ ਸੀ ਮਹਾਤਮਾ ਦਾ। ਤਾਂ ਹੁਣ ਤੁਹਾਨੂੰ ਕਲੀਅਰ ਹੋ ਗਿਆ ਮਹਾਤਮਾ ਗਾਂਧੀ ਜੀ ਨੂੰ ਕਦੋਂ ਟਾਈਟਲ ਮਿਲਿਆ, ਚੰਪਾਰਣ ਸੱਤਿਆਗ੍ਰਹਿ ਦੇ ਵੇਲੇ। ਔਰ ਚੰਪਾਰਣ ਸੱਤਿਆਗ੍ਰਹਿ ਇਹਨਾਂ ਦਾ ਫਸਟ ਸਕਸੈਸ ਸੱਤਿਆਗ੍ਰਹਿ ਆ। ਔਰ ਇਹਨਾਂ ਨੂੰ ਮਹਾਤਮਾ ਦਾ ਟਾਈਟਲ ਆ ਜਿਹੜਾ ਉਹ ਕਿਹਨੇ ਦਿੱਤਾ ਸੀ, ਉਹ ਦੇਣ ਵਾਲੇ ਕੌਣ ਸੀ, ਰਵਿੰਦਰ ਨਾਥ ਟੈਗੋਰ। ਔਰ ਰਵਿੰਦਰ ਨਾਥ ਟੈਗੋਰ ਨੇ ਨਾਈਟਹੁੱਡ ਦਾ ਟਾਈਟਲ ਅੰਗਰੇਜ਼ਾਂ ਨੂੰ 1919 ਜਲਿਆਂਵਾਲਾ ਹੱਤਿਆਕਾਂਡ ਸੀ ਉਹਦੇ ਅਗੇਂਸਟ ਦੇ ਵਿੱਚ ਆਪਣਾ ਨਾਈਟਹੁੱਡ ਦਾ ਟਾਈਟਲ ਆ ਜਿਹੜਾ ਉਹ ਵਾਪਸ ਕਰਤਾ ਸੀਗਾ। ਅਤੇ ਇੱਕ ਤੁਸੀਂ ਦੱਸਣਾ ਅਮਾਰ ਸੁਨਾਰ ਬਾਂਗਲਾ, ਤਾਂ ਉਹਦੇ ਬਾਰੇ ਜੋ ਵੀ ਤੁਹਾਨੂੰ ਪਤਾ ਹੋਇਆ ਤਾਂ ਉਹ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ। ਤਾਂ ਇਹਦੇ 'ਚ ਟਾਈਟਲ ਮਹਾਤਮਾ ਦਾ ਤੁਹਾਨੂੰ ਕਲੀਅਰ ਹੋ ਗਿਆ। ਤਾਂ ਹੁਣ ਆਪਾਂ ਗੱਲ ਕਰਨੀ ਆ ਫਾਦਰ ਆਫ ਨੇਸ਼ਨ। ਓਕੇ, ਹੁਣ ਫਾਦਰ ਆਫ ਨੇਸ਼ਨ ਕਹਿਣ ਵਾਲੇ ਕੌਣ ਸੀਗੇ, ਤਾਂ ਇਹਦਾ ਕਰੈਕਟ ਆਨਸਰ ਆ ਦੇਖੋ, ਹੂ ਵਾਜ਼ ਦਾ ਫਸਟ ਪਰਸਨ ਟੂ ਕਾਲ ਮਹਾਤਮਾ ਗਾਂਧੀ ਫਾਦਰ ਆਫ ਨੇਸ਼ਨ। ਤਾਂ ਸੁਭਾਸ਼ ਚੰਦਰ ਬੋਸ। ਤਾਂ ਇਹਦਾ ਕਰੈਕਟ ਆਨਸਰ ਕੀ ਆ, ਸੁਭਾਸ਼ ਚੰਦਰ ਬੋਸ। ਫਾਦਰ ਆਫ ਨੇਸ਼ਨ ਕਹਿਣ ਵਾਲੇ ਕੌਣ ਨੇ, ਸੁਭਾਸ਼ ਚੰਦਰ ਬੋਸ। ਤਾਂ ਦੇਖੋ ਇਹਨਾਂ ਨੂੰ ਜਦੋਂ ਸੁਭਾਸ਼ ਚੰਦਰ ਬੋਸ ਨੇ ਕਿਹਾ ਫਾਦਰ ਆਫ ਨੇਸ਼ਨ, ਔਰ ਇਹ ਕਿਹਾ ਸੀ 6 ਜੁਲਾਈ 1944 ਨੂੰ। ਆਹ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਰੱਖਿਓ, 6 ਜੁਲਾਈ 1944 ਨੂੰ ਇਹਨਾਂ ਨੇ ਕਿਹਾ ਸੀ।
ਔਰ ਆਜ਼ਾਦ ਹਿੰਦ ਰੇਡੀਓ ਤੋਂ। ਕਿੱਥੋਂ ਕਿਹਾ ਸੀ? ਆਜ਼ਾਦ ਹਿੰਦ ਰੇਡੀਓ। ਕਿੱਥੋਂ? ਰੰਗੂਨ। ਉਮੀਦ ਕਰਦਾ ਵੀ ਤੁਹਾਨੂੰ ਇੰਨੇ ਪੁਆਇੰਟ ਨੇ ਜਿਹੜੇ ਇਹ ਕਲੀਅਰ ਹੋ ਗਏ ਹੋਣਗੇ। ਤਾਂ ਹੁਣ ਮਹਾਤਮਾ ਗਾਂਧੀ ਜੀ ਬਾਰੇ ਜਿਹੜੇ ਇੰਪੋਰਟੈਂਟ ਫੈਕਟ ਬਣਦੇ ਸੀ ਆਪਾਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਕਵਰ ਕਰ ਲਏ, ਜਿਹੜੇ ਇੰਪੋਰਟੈਂਟ ਹੋਰ ਬਣਦੇ ਸੀ ਉਹ ਆਪਾਂ ਆਹ ਵੀਡੀਓ ਦੇ ਵਿੱਚ ਕਰ ਲਏ, ਜਿਹੜੇ ਅੱਗੇ ਹੋਣਗੇ ਤਾਂ ਆਪਾਂ ਉਹਦੇ 'ਚ ਵੀ ਕਰ ਲਾਂਗੇ। ਆ ਗਿਆ ਪ੍ਰੀਫਿਕਸ ਹੁੰਦਾ, ਜਿਹੜਾ ਮਤਲਬ ਕਿ ਨਾਮ ਦੇ ਪਹਿਲਾਂ ਲੱਗਦਾ। ਤਾਂ ਜਾਣੀ ਕਿ ਆਪਾਂ ਪੰਜਾਬੀ ਦੇ ਵਿੱਚ ਅਗੇਤਰ ਕਹਿ ਸਕਦੇ ਹਾਂ ਇਹਨੂੰ। ਮਹਾਤਮਾ ਵਾਜ਼ ਐਡਡ ਵਿਦ ਦਾ ਨੇਮ ਆਫ ਗਾਂਧੀ। ਤਾਂ ਹੁਣ ਇਹਦੇ 'ਚ ਆ ਗਿਆ ਚੰਪਾਰਣ ਸੱਤਿਆਗ੍ਰਹਿ ਅਗੇਂਸਟ ਰੋਲਟ ਐਕਟ ਇਨ ਦਾ ਅੰਮ੍ਰਿਤਸਰ ਸੈਸ਼ਨ। ਦੇਖੋ ਰੋਲਟ ਐਕਟ 1919 ਵਾਲਾ ਔਰ ਚੰਪਾਰਣ ਸੱਤਿਆਗ੍ਰਹਿ 1917। ਤਾਂ ਡਿਊਰਿੰਗ ਦਾ ਸੱਤਿਆਗ੍ਰਹਿ ਅਗੇਂਸਟ ਰੋਲਟ ਐਕਟ ਇਨ ਦਾ ਅੰਮ੍ਰਿਤਸਰ ਸੈਸ਼ਨ ਆਫ ਦਾ ਇੰਡੀਅਨ ਨੈਸ਼ਨਲ ਕਾਂਗਰਸ 1919 ਐਟ ਦਾ ਬਿਗਨਿੰਗ ਆਫ ਦਾ ਖਿਲਾਫਤ ਮੂਵਮੈਂਟ। ਤੇ ਇਹਨਾਂ ਦੇ ਵਿੱਚੋਂ ਜਿਹੜੀਆਂ ਤਿੰਨ ਆਪਸ਼ਨਾਂ ਨੇ ਬਿਲਕੁਲ ਹੀ ਗਲਤ ਨੇ। ਤਾਂ ਇਹਦੇ ਮੈਂ ਹੁਣ ਤੁਹਾਨੂੰ ਪਹਿਲਾਂ ਵਾਲੀ ਕੁਐਸਚਨ ਦੇ ਵਿੱਚ ਦੱਸ ਕੇ ਹਟਿਆ ਵੀ ਮਹਾਤਮਾ ਦਾ ਟਾਈਟਲ ਕਦੋਂ ਲੱਗਦਾ ਇਹਦੇ ਨਾਲ। ਉਹ ਲੱਗਦਾ ਚੰਪਾਰਣ ਸੱਤਿਆਗ੍ਰਹਿ ਦੇ ਵੇਲੇ, ਔਰ ਇਹ ਕਦੋਂ ਸਟਾਰਟ ਹੋਇਆ? 1917 ਦੇ ਵਿੱਚ, ਔਰ ਇਹ ਨੀਲ ਦੀ ਖੇਤੀ ਦੇ ਅਗੇਂਸਟ ਸੀਗਾ। ਆਹ ਤੁਹਾਨੂੰ ਕਲੀਅਰ ਆ? ਚਲੋ ਆ ਵੀ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਅੱਗੇ ਦੇਖੋ, ਹੂ ਐਡਰੈਸਡ ਗਾਂਧੀ ਐਜ਼ ਵਨ ਮੈਨ ਬਾਉਂਡਰੀ ਫੋਰਸ। ਹੁਣ ਦੇਖੋ ਵਨ ਮੈਨ ਬਾਉਂਡਰੀ ਫੋਰਸ ਜਾਨੀ ਕਿ ਇਹਦਾ ਆਪਣੀ ਬੋਲਚਾਲ ਦੀ ਭਾਸ਼ਾ ਦੇ ਵਿੱਚ ਮੈਂ ਤੁਹਾਨੂੰ ਸਮਝਾਵਾਂ ਤਾਂ ਦੇਖੋ ਦੰਗੇ ਹੋ ਰਹੇ ਸੀ ਆਪਣੇ ਕਈ ਜਗ੍ਹਾ ਦੇ ਉੱਤੇ। ਤਾਂ ਇੱਕ ਸਾਈਡ ਦੇ ਉੱਤੇ ਇਹਨਾਂ ਦੇ ਕੋਲ ਮਤਲਬ ਕਿ ਤਕਰੀਬਨ ਬਹੁਤ ਜ਼ਿਆਦਾ ਸੈਨਾ ਸੀਗੀ ਅੰਗਰੇਜ਼ਾਂ ਦੇ ਕੋਲ, ਪਰ ਉਹ ਦੰਗਿਆਂ ਨੂੰ ਦਬਾਉਣ ਦੇ ਵਿੱਚ ਬਿਲਕੁਲ ਹੀ ਅਸਫਲ ਰਹੇ। ਪਰ ਮਹਾਤਮਾ ਗਾਂਧੀ ਜੀ ਇਕੱਲੇ ਪਰਸਨ ਸੀ ਜਿਨ੍ਹਾਂ ਨੇ ਸਾਰੇ ਦੰਗੇ ਇਕੱਲਿਆਂ ਦੇ ਆਪਣੇ ਮਤਲਬ ਕਿ ਬੋਲ ਵਾਲੇ ਨਾਲ ਹੀ ਰੋਕਤੇ। ਤਾਂ ਕਰਕੇ ਫਿਰ ਅੰਗਰੇਜ਼ਾਂ ਨੇ ਕਿਹਾ ਸੀਗਾ ਇਹਨਾਂ ਨੂੰ ਵਨ ਮੈਨ ਬਾਉਂਡਰੀ ਫੋਰਸ। ਤਾਂ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਤਾਂ ਹੁਣ ਇਹਦੇ 'ਚ ਕੁਐਸਚਨ ਕੀ ਆ ਵੀ ਇਹਨਾਂ ਦੇ ਵਿੱਚੋਂ ਕੌਣ ਸੀ? ਚਰਚਲ ਸੀ, ਐਡਲੀ ਸੀ, ਸਾਈਮਨ ਸੀ ਜਾਂ ਮਾਊਂਟ ਬੈਟਨ ਸੀ? ਤਾਂ ਇਹਦਾ ਕਰੈਕਟ ਆਨਸਰ ਆ ਮਾਊਂਟ ਬੈਟਨ। ਓਕੇ। ਤਾਂ ਦੰਗੇ ਰੋਕਣ ਦੇ ਲਈ ਇਹਦੇ ਬਾਰੇ ਕਿਹਾ ਗਿਆ ਸੀਗਾ। ਇਹ ਤੁਸੀਂ ਪੁਆਇੰਟ ਧਿਆਨ ਦੇ ਵਿੱਚ ਰੱਖਣਾ। ਅੱਗੇ ਦੇਖੋ, ਵਿਚ ਵਨ ਆਫ ਦਾ ਫੋਲੋਇੰਗ ਜੇਲਸ ਵਾਜ਼ ਨੇਮਡ ਐਜ਼ ਮੰਦਰ ਬਾਏ ਗਾਂਧੀ ਜੀ। ਤਾਂ ਗਾਂਧੀ ਜੀ ਨੇ ਕਿਹੜੀ ਜੇਲ੍ਹ ਨੂੰ ਮੰਦਰ ਜਾਂ ਫਿਰ ਟੈਂਪਲ ਕਿਹਾ ਸੀ? ਤਾਂ ਇਹਦੇ ਵਿੱਚੋਂ ਦੂਸਰਾ ਆਪਸ਼ਨ ਆ ਜਿਹੜੀ ਬੀ ਬਿਲਕੁਲ ਸਹੀ ਆ, ਯਰਵਾੜਾ ਜੇਲ੍ਹ ਆ ਜਿਹੜੀ। ਓਕੇ, ਇਹ ਕਿੱਥੇ ਆ? ਪੂਨਾ ਕਿੱਥੇ ਆ? ਮਹਾਰਾਸ਼ਟਰ। ਓਕੇ, ਤਾਂ ਇਹ ਕੇਂਦਰੀ ਜੇਲ੍ਹ ਸੀ ਜਾਣੀ ਕਿ ਪੂਨੇ ਮਹਾਰਾਸ਼ਟਰ ਦੀ। ਇੱਥੇ ਗਾਂਧੀ ਜੀ ਨੂੰ ਅਰੈਸਟ ਕੀਤਾ ਹੋਇਆ ਸੀ ਅਤੇ 1932 ਦੇ ਤਕਰੀਬਨ 1932 ਹਾਂ ਉਦੋਂ ਇੱਥੇ ਇਹਨਾਂ ਨੇ ਕਿਹਾ ਸੀਗਾ ਇਹਨੂੰ ਮੰਦਰ ਜਾਂ ਫਿਰ ਟੈਂਪਲ। ਔਰ ਇਸ ਤੋਂ ਬਾਅਦ ਜੇ ਆਪਾਂ ਦੇਖੀਏ ਵੀ ਗਾਂਧੀ ਜੀ ਦੀ ਅੰਤਮ 30 ਜਨਵਰੀ 1948 ਨੂੰ ਡਾਈਟ। ਤਾਂ ਇਹਨਾਂ ਦੀ ਹੱਤਿਆ ਕਿਹਨੇ ਕੀਤੀ ਸੀ? ਨੱਥੂ ਰਾਮ ਗੌਂਡਸੇ। ਓਕੇ, ਨੱਥੂ ਰਾਮ ਗੌਂਡਸੇ ਨੇ ਮਰਡਰ ਕਰਤਾ ਸੀਗਾ। ਤਾਂ ਇਦੋਂ ਬਾਅਦ ਆਪਣੇ ਪੰਡਿਤ ਨਹਿਰੂ ਨੇ ਕਿਹਾ ਸੀ, ਠੀਕ ਆ, ਪੰਡਿਤ ਨਹਿਰੂ ਜੀ ਨੇ ਇਦੋਂ ਬਾਅਦ ਕੀ ਕਿਹਾ ਸੀਗਾ? ਫਰੈਂਡਸ ਐਂਡ ਕਾਮਰੇਡਸ, ਮਤਲਬ ਸਾਰਿਆਂ ਨੂੰ ਸੰਬੋਧਨ ਕੀਤਾ ਸੀ। ਉਹਨਾਂ ਨੇ ਕਿਹਾ ਸੀ ਲਾਈਟ ਹੈਜ਼ ਗੋਨ। ਉਹਨਾਂ ਨੇ ਕਿਹਾ ਵੀ ਮਤਲਬ ਕਿ ਸਾਡੀ ਜ਼ਿੰਦਗੀਆਂ ਦੇ ਵਿੱਚੋਂ ਜਿਹੜੀ ਲਾਈਟ ਆ ਉਹ ਜਾ ਚੁੱਕੀ ਆ। ਤਾਂ ਇਹ ਕਿਹਾ ਸੀ ਉਹਨਾਂ ਨੇ। ਤਾਂ ਇਸ ਤੋਂ ਬਾਅਦ ਇੱਕ ਪੁਆਇੰਟ ਜੇ ਹੋਰ ਦੇਖਣਾ ਤੁਸੀਂ ਉਹ ਵੀ ਦੇਖ ਸਕਦੇ ਹੋ। ਗਾਂਧੀ ਜੀ ਦੀ ਪਹਿਲੀ ਪਬਲਿਕ ਸਪੀਚ ਇੰਡੀਆ ਦੇ ਵਿੱਚ, ਉਹਨਾਂ ਦੀ ਪਹਿਲੀ ਜਿਹੜੀ ਪਬਲਿਕ ਸਪੀਚ ਸੀਗੀ ਇੰਡੀਆ ਦੇ ਵਿੱਚ ਉਹ ਕਿੱਥੇ ਸੀਗੀ? ਫਰਵਰੀ 1916। ਆਹ ਹੋ ਗਿਆ ਇਹਦਾ ਮਤਲਬ 1916 ਦੇ ਵਿੱਚ ਚੰਪਾਰਣ ਸੱਤਿਆਗ੍ਰਹਿ ਤੋਂ ਪਹਿਲਾਂ ਸੀ। ਇਹ ਕਿੱਥੇ ਸੀ? ਜਦੋਂ ਬਨਾਰਸ ਹਿੰਦੂ ਯੂਨੀਵਰਸਿਟੀ ਸੀਗੀ, ਇਹਦੀ ਓਪਨਿੰਗ ਸੀਗੀ ਨਾ, ਤਾਂ ਉਦੋਂ ਇਹਨਾਂ ਨੇ ਪਹਿਲੀ ਸਪੀਚ ਦਿੱਤੀ ਸੀ। ਤਾਂ ਉਮੀਦ ਕਰਦਾ ਵੀ ਤੁਹਾਨੂੰ ਇੰਨੇ ਪੁਆਇੰਟ ਇਹ ਵੀ ਕਲੀਅਰ ਹੋ ਗਏ ਹੋਣਗੇ। ਇਸ ਤੋਂ ਬਾਅਦ ਦੇਖੋ, ਵਿਚ ਡਜ਼ ਗਾਂਧੀਅਨ ਇਨੋਵੇਸ਼ਨ ਮੀਨ। ਹੁਣ ਇਹਦੇ 'ਚ ਇਨੋਵੇਸ਼ਨ ਮੀਨ ਕੀ ਆ? ਤਾਂ ਇਹਦੀ ਆਪਸ਼ਨ ਕਰੈਕਟ ਕੀ ਆ? ਡੀ, ਟੂ ਪ੍ਰੋਡਿਊਸ ਮੋਰ ਫਰੋਮ ਲੈਸ ਇਨਪੁਟ ਫॉर ਮੋਰ ਪੀਪਲ। ਇਹ ਤਾਂ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਤਾਂ ਇੱਥੋਂ ਹੀ ਤੁਸੀਂ ਨਾਲ ਧਿਆਨ ਦੇ ਵਿੱਚ ਰੱਖੋ, ਖੇੜਾ ਸੱਤਿਆਗ੍ਰਹਿ ਕਦੋਂ ਸੀ? 1918। ਅਤੇ ਸਿਵਲ ਡਿਸਓਬੀਡੀਐਂਸ ਕਿੰਨੇ 'ਚ ਸੀਗੀ? 1930 ਦੇ ਵਿੱਚ। ਨਾਨ ਕੋਆਪਰੇਸ਼ਨ 1920 ਤੋਂ 22। ਚੰਪਾਰਣ 1917। ਤਾਂ ਕੁਇਟ ਇੰਡੀਆ ਮੂਵਮੈਂਟ ਮੈਂ ਤੁਹਾਨੂੰ ਕਿਹਾ ਸੀ ਵੀ ਤੁਸੀਂ ਦੱਸਿਓ। ਉਮੀਦ ਕਰਦਾ ਵੀ ਤੁਹਾਨੂੰ ਆ ਵੀ ਕੁਐਸਚਨ ਕਲੀਅਰ ਹੋ ਗਿਆ ਹੋਊਗਾ। ਇਸ ਤੋਂ ਬਾਅਦ ਦੇਖੋ, ਚੰਪਾਰਣ ਸੱਤਿਆਗ੍ਰਹਿ ਵਾਜ਼ ਰਿਲੇਟਡ ਟੂ। ਤਾਂ ਚੰਪਾਰਣ ਸੱਤਿਆਗ੍ਰਹਿ ਕਾਹਦੇ ਨਾਲ ਰਿਲੇਟਡ ਆ? ਦੇਖੋ ਮੈਂ ਤੁਹਾਨੂੰ ਪਹਿਲਾਂ ਵਾਲੇ ਉਹਦੇ 'ਚ ਕੁਐਸਚਨ ਦੇ ਵਿੱਚ ਦੱਸਿਆ ਸੀ ਵੀ ਇਹ ਨੀਲ ਦੀ ਖੇਤੀ
ਦੇ ਅਗੇਂਸਟ ਸੀ। ਹੁਣ ਆ ਚਾਰੇ ਆਪਸ਼ਨਾਂ ਦੇ ਵਿੱਚ ਤੁਹਾਨੂੰ ਨੀਲ ਦੀ ਖੇਤੀ ਕਿਤੇ ਨਹੀਂ ਦਿੰਦੀ, ਤਾਂ ਤੁਸੀਂ ਆਪਸ਼ਨ ਟਿਕ ਕਰੋਗੇ ਨਨ, ਵੀ ਮਤਲਬ ਇਹਨਾਂ ਦੇ ਵਿੱਚੋਂ ਹੈ ਨਹੀਂ, ਜਦ ਕਿ ਇਹ ਬਿਲਕੁਲ ਰੌਂਗ ਆਨਸਰ ਆ। ਇੱਥੇ ਆਪਾਂ ਲਾਵਾਂਗੇ 3 ਕਥੀਆ ਸਿਸਟਮ, ਠੀਕ ਆ। 3 ਕਥੀਆ ਸਿਸਟਮ ਦੇ ਵਿੱਚ ਕੀ ਆ, 3/20, ਯਾਨੀ ਕਿ ਇਹ ਸਿਸਟਮ ਸੀਗਾ ਵੀ 20 ਦੇ ਵਿੱਚੋਂ 3 ਹਿੱਸੇ ਦੇ ਉੱਤੇ ਨੀਲ ਹੋਊਗਾ, ਤਾਂ ਕਰਕੇ ਇਹਨੂੰ ਕਹਿੰਦੇ ਆਪਾਂ 3 ਕਥੀਆ ਸਿਸਟਮ। ਤਾਂ ਇਹ ਨੀਲ ਨੂੰ ਲੈ ਕੇ ਸੀ, ਤਾਂ ਇਹਦੇ ਚੋਂ ਕਰੈਕਟ ਆਨਸਰ ਕੀ ਹੋ ਜਾਊਗਾ, 3 ਕਥੀਆ ਸਿਸਟਮ। ਓਕੇ, ਉਮੀਦ ਕਰਦਾ ਇਹ ਵੀ ਕੁਐਸਚਨ ਕਲੀਅਰ ਆ। ਅੱਗੇ ਦੇਖੋ, ਦ ਲੀਡਰ ਆਫ ਦਾ ਬਾਰਡੋਲੀ ਸੱਤਿਆਗ੍ਰਹਿ 1928। ਹੁਣ ਦੇਖੋ, ਨਾਲੇ ਤਾਂ ਤੁਹਾਨੂੰ ਇਹ ਕੁਐਸਚਨ 'ਚ ਹੀ ਪਤਾ ਲੱਗ ਗਿਆ ਬਾਰਡੋਲੀ ਸੱਤਿਆਗ੍ਰਹਿ ਕਿੱਥੇ ਹੋਇਆ, ਕਦੋਂ ਹੋਇਆ, 1928 ਦੇ ਵਿੱਚ ਹੋਇਆ। ਤਾਂ ਹੁਣ ਇਹ ਜਗ੍ਹਾ ਕਿੱਥੇ ਆ, ਇਹ ਜਗ੍ਹਾ ਹੈਗੀ ਆ ਸੂਰਤ। ਸੂਰਤ ਦੇ ਵਿੱਚ ਆ ਇਹ। ਸੂਰਤ ਕਿੱਥੇ ਆ, ਗੁਜਰਾਤ ਦੇ ਵਿੱਚ ਆ। ਔਰ ਸੂਰਤ ਕੀ ਆ, ਇੱਕ ਬੰਦਰਗਾਹ। ਹੁਣ ਆਪਾਂ ਇਹਦੀ ਗੱਲ ਕਰਦੇ ਹਾਂ ਵੀ ਇਹਦਾ ਕਰੈਕਟ ਆਨਸਰ ਕੀ ਆ, ਵੱਲਭ ਭਾਈ ਪਟੇਲ, ਮਹਾਤਮਾ ਗਾਂਧੀ, ਵਿਠਲ ਭਾਈ ਜੇ ਪਟੇਲ, ਜਾਂ ਫਿਰ ਮਹਾਦੇਵ ਦੇਸਾਈ। ਦੇਖੋ, ਮੈਂ ਤੁਹਾਨੂੰ ਮਹਾਤਮਾ ਗਾਂਧੀ ਜੀ ਬਾਰੇ ਪੁਆਇੰਟ ਹੁੰਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ। ਤਾਂ ਇਹਦੇ 'ਚ ਆ ਗਿਆ ਸਰਦਾਰ ਵੱਲਭ ਭਾਈ ਪਟੇਲ। ਇਹਦਾ ਕਰੈਕਟ ਆਨਸਰ ਕੀ ਆ, ਏ। ਤਾਂ ਬਾਰਡੋਲੀ ਸੱਤਿਆਗ੍ਰਹਿ 1928 ਦੇ ਵਿੱਚ ਹੋਇਆ, ਕਿੱਥੇ ਹੋਇਆ, ਗੁਜਰਾਤ, ਸੂਰਤ। ਔਰ ਇਹ ਕਿਹਦੇ ਨਾਲ ਰਿਲੇਟ ਕਰਦਾ, ਸਰਦਾਰ ਵੱਲਭ ਭਾਈ ਪਟੇਲ। ਹੁਣ ਇਹਦੇ 'ਚ ਵੀ ਇੰਪੋਰਟੈਂਟ ਕੀ ਆ, ਦੇਖੋ ਇਹਦੇ ਨਾਮ ਦੇ ਅੱਗੇ ਲੱਗਿਆ ਸਰਦਾਰ, ਤਾਂ ਇਹ ਸਰਦਾਰ ਵੀ ਇੱਥੋਂ ਹੀ ਲੱਗੂਗਾ, ਠੀਕ ਆ। ਇਹ ਕਦੋਂ ਹੋਇਆ ਸੀ, 1928 ਦੇ ਵਿੱਚ ਹੋਇਆ ਸੀ। ਤਾਂ ਔਰ ਵੱਲਭ ਭਾਈ ਪਟੇਲ ਨੇ ਪੀਜੈਂਟ ਅੰਦੋਲਨ ਚਲਾਇਆ ਸੀ, ਪੀਜੈਂਟ ਅੰਦੋਲਨ ਸੀਗਾ ਇਹ। ਤਾਂ ਇਹਦੇ 'ਚ ਵੂਮਨ ਦੀ ਸ਼ਮੂਲੀਅਤ ਥੋੜ੍ਹੀ ਜਿਹੀ ਜ਼ਿਆਦਾ ਸੀ, ਤਾਂ ਵੂਮਨ ਦੇ ਬਿਹਾਫ 'ਤੇ ਸਰਦਾਰ ਦਾ ਟਾਈਟਲ ਦਿੱਤਾ ਸੀ ਮਹਾਤਮਾ ਗਾਂਧੀ ਜੀ ਨੇ, ਠੀਕ ਆ। ਤਾਂ ਇਹ ਟਾਈਟਲ ਦੇਣ ਵਾਲੇ ਕੌਣ ਸੀ ਇਹਨਾਂ ਨੂੰ, ਗਾਂਧੀ ਜੀ। ਔਰ ਵੂਮਨ ਦੇ ਬਿਹਾਫ ਦੇ ਉੱਤੇ ਦਿੱਤਾ ਸੀ ਕਿਉਂਕਿ ਉਹਨਾਂ ਦੀ ਬਹੁਤ ਜ਼ਿਆਦਾ ਸ਼ਮੂਲੀਅਤ ਇਹਦੇ 'ਚ ਸੀ। ਉਮੀਦ ਕਰਦਾ ਵੀ ਤੁਹਾਨੂੰ ਇਹ ਕੁਐਸਚਨ ਵੀ ਕਲੀਅਰ ਹੋ ਗਿਆ ਹੋਊਗਾ। ਇਹਦੇ ਬਾਅਦ ਦੇਖੋ 18ਵਾਂ ਕੁਐਸਚਨ, ਹੂ ਗੇਵ ਵੱਲਭ ਭਾਈ ਪਟੇਲ ਦਾ ਟਾਈਟਲ ਆਫ ਸਰਦਾਰ। ਦੇਖੋ ਪਹਿਲਾਂ ਵਾਲਾ ਕੁਐਸਚਨ ਇੱਥੇ ਫੇਰ ਕਲੀਅਰ ਹੋ ਗਿਆ ਤੁਹਾਨੂੰ। ਤਾਂ ਇਹ ਆ ਜਾਊਗਾ ਮਹਾਤਮਾ ਗਾਂਧੀ, 1928, ਬਾਰਡੋਲੀ, ਠੀਕ ਆ। ਤਾਂ ਆ ਚੱਲਿਆ ਸੀ 1928। ਇਹ ਕਿੱਥੇ ਆ ਜਗ੍ਹਾ, ਗੁਜਰਾਤ ਦੇ ਵਿੱਚ ਆ। ਔਰ ਇਹਦੇ 'ਚ ਵੂਮਨ ਵੀ ਸ਼ਾਮਲ ਸੀਗੀਆਂ, ਔਰ ਇਹਨਾਂ ਦੀ ਗਿਣਤੀ ਜ਼ਿਆਦਾ ਸੀ ਇਹਨਾਂ ਦੇ ਬਿਹਾਫ ਦੇ ਉੱਤੇ, ਤਾਂ ਕਰਕੇ ਗਾਂਧੀ ਜੀ ਨੇ ਟਾਈਟਲ ਦਿੱਤਾ ਸਰਦਾਰ, ਕਿਹਨੂੰ, ਵੱਲਭ ਭਾਈ ਪਟੇਲ ਜੀ ਨੂੰ। ਤਾਂ 18 ਕੁਐਸਚਨ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਇਸ ਤੋਂ ਬਾਅਦ ਦੇਖੋ 19ਵਾਂ ਕੁਐਸਚਨ, ਇਨ ਹੂਜ਼ ਵਾਇਸ ਰਾਇਲਟੀ, ਮਤਲਬ ਕਿ ਕਿਹੜਾ ਵਾਇਸਰਾਏ ਸੀਗਾ ਜਦੋਂ ਰੌਲਟ ਐਕਟ ਪਾਸ ਹੋਇਆ ਸੀ। ਤਾਂ ਇਹਦਾ ਕਰੈਕਟ ਆਨਸਰ ਆ ਲਾਰਡ ਚੇਮਸਫੋਰਡ। ਓਕੇ, ਲਾਰਡ ਚੇਮਸਫੋਰਡ। ਤਾਂ ਇਹਦਾ ਜਿਹੜਾ ਟਾਈਮ ਪੀਰੀਅਡ ਆ 1916 ਤੋਂ ਲੈ ਕੇ 1921 ਤੱਕ ਆ ਇਹ। ਔਰ ਫਰਵਰੀ 1919 ਦੇ ਵਿੱਚ ਇਹ ਉੱਥੋਂ ਮਤਲਬ ਕਿ ਪਾਸ ਕਰਤਾ ਸੀ ਉਹਨਾਂ ਨੇ। ਫਰਵਰੀ ਦੇ ਵਿੱਚ ਇਹ 1919 ਦੇ ਵਿੱਚ ਘਟਨਾ ਗਈ, ਫਰਵਰੀ ਦੇ ਵਿੱਚ ਇਹ ਪਾਸ ਹੋ ਗਿਆ, ਮਾਰਚ ਦੇ ਵਿੱਚ ਇਹ ਇੰਪਲਾਈ ਮਤਲਬ ਕਿ ਲਾਗੂ ਕਰਤਾ, ਇੱਥੇ ਅਪਲਾਈ ਹੋ ਗਿਆ, ਪ੍ਰੋਪਰਲੀ ਇੰਪਲੀਮੈਂਟ ਕਰਤਾ, ਠੀਕ ਆ। ਤਾਂ ਫਿਰ ਇਹ ਤੋਂ ਬਾਅਦ ਜਦੋਂ ਅਪਲਾਈ ਕਰਤਾ ਤਾਂ ਗਾਂਧੀ ਜੀ ਨੇ ਪੂਰੇ ਦੇਸ਼ ਦੇ ਵਿੱਚ ਸਟ੍ਰਾਈਕ ਕਰਤੀ। ਜਦੋਂ ਐਕਟ ਲਾਗੂ ਹੋ ਗਿਆ ਫਿਰ ਉਹਨਾਂ ਨੇ ਕੀ ਕਰਤੀ, ਸਟ੍ਰਾਈਕ ਕਰਤੀ। ਔਰ ਫਿਰ ਅਪ੍ਰੈਲ 6 1919 ਨੂੰ ਕੀ ਕਰ ਲਿਆ, ਉਹਨਾਂ ਨੂੰ ਅਰੈਸਟ ਕਰ ਲਿਆ। ਔਰ ਇਸ ਤੋਂ ਬਾਅਦ 13 ਅਪ੍ਰੈਲ ਨੂੰ 1919 ਨੂੰ ਉਹਨੇ ਕੀ ਕੀਤਾ, ਆਪਣੇ ਡਾਇਰ ਨੇ ਇੱਥੇ ਗੋਲੀਬਾਰੀ ਕੀਤੀ ਔਰ ਹੱਤਿਆਕਾਂਡ ਕਰਤਾ। ਓਕੇ, ਤਾਂ ਤੁਸੀਂ ਬਾਕੀ ਤੁਹਾਨੂੰ ਪੰਜਾਬ ਵਾਲੀ ਇਹਦੇ ਨਾਲ ਕੀ ਹਿਸਟਰੀ ਜੁੜਦੀ ਆ ਉਹ ਬੱਚੇ ਤੁਹਾਨੂੰ ਸਭ ਨੂੰ ਪਤਾ ਹੀ ਆ। ਤਾਂ ਇਹਦੇ 'ਚ ਰੌਲਟ ਐਕਟ ਆ, ਇਸੇ ਨੂੰ ਕਿਹਾ ਗਿਆ ਬਲੈਕ ਐਕਟ, ਠੀਕ ਆ। ਕੀ ਕਿਹਾ ਇਹਨੂੰ, ਬਲੈਕ ਐਕਟ। ਹੋਰ ਕੀ ਕਿਹਾ, ਨੋ ਅਪੀਲ, ਨੋ ਵਕੀਲ, ਨੋ ਦਲੀਲ, ਤੇ ਉਹ ਵੀ ਇਹਨੂੰ ਕਿਹਾ ਗਿਆ। ਬਾਕੀ ਦੇਖੋ ਹੁਣ ਆਪਾਂ ਜੇ ਗੱਲ ਕਰੀਏ ਰੌਲਟ ਐਕਟ ਆ ਜਿਹੜਾ, ਇਹ ਬਣਿਆ ਕਿਉਂ ਸੀ, ਠੀਕ ਆ। ਇਹਨੂੰ ਬਲੈਕ ਐਕਟ ਕਿਉਂ ਕਹਿੰਦੇ ਆ, ਕਿਉਂਕਿ ਅਰੈਸਟ ਕਰ ਸਕਦੇ ਨੇ ਕਿਸੇ ਨੂੰ ਵੀ, ਠੀਕ ਆ, ਬਿਨਾਂ ਕਿਸੇ ਕਾਰਨ ਦੇ ਜਾਂ ਬਿਨਾਂ ਕਿਸੇ ਨੂੰ ਦੱਸੇ ਤਾਂ ਕਿਸੇ ਨੂੰ ਵੀ ਅਰੈਸਟ ਕਰ ਸਕਦੇ ਸੀ। ਤਾਂ ਇਹਦੇ ਲਈ ਕੀ ਹੋਇਆ ਸੀ, 1917 ਦੇ ਵਿੱਚ ਇੱਕ ਸੈਡੀਸ਼ਨ ਕਮੇਟੀ ਬਣੀ ਸੀ, ਠੀਕ ਆ। ਸੈਡੀਸ਼ਨ ਲਾਅ ਆਪਾਂ ਵੀ ਯੂਜ਼ ਕਰਦੇ ਹਾਂ ਹੁਣ। ਸੈਡੀਸ਼ਨ ਕਮੇਟੀ ਬਣੀ ਸੀਗੀ, ਠੀਕ ਆ। ਤਾਂ ਇਹ ਐਕਟ ਨੂੰ ਬਣਾਉਣ ਦੇ ਲਈ 1917 ਦੇ ਵਿੱਚ ਤਾਂ ਅਪੋਇੰਟ ਇਹਦੇ ਲਈ ਸੀਗਾ ਜਸਟਿਸ ਸਿਡਨੀ ਰੌਲਟ ਸੀਗਾ, ਜਿਹੜਾ ਉਹਦਾ ਹੈੱਡ ਸੀਗਾ। ਤਾਂ ਇਹਨੇ ਕਿਹਾ ਸੀ ਵੀ ਮਤਲਬ ਸੈਡੀਸ਼ਨ ਨੂੰ ਰੋਕਣ ਲਈ ਵੀ ਜਿਹੜੇ ਮਨ ਦੇ ਵਿੱਚ ਜੋ ਆਉਂਦਾ ਤਾਂ ਉਹ ਸਰਕਾਰ ਦੇ ਖਿਲਾਫ ਬੋਲੀ ਜਾਂਦਾ, ਤਾਂ ਉਹਨਾਂ ਨੂੰ ਗਤੀਵਿਧੀਆਂ ਨੂੰ ਰੋਕਣ ਦੇ ਲਈ ਇਹਨਾਂ ਨੇ ਇੱਕ ਸੈਡੀਸ਼ਨ ਕਮੇਟੀ ਬਣਾਈ ਔਰ ਫਿਰ ਉਹਨੇ ਰਿਕਮੈਂਡ ਕੀਤਾ। ਦੈਨ 1919 ਦੇ ਵਿੱਚ ਰੌਲਟ ਐਕਟ ਬਣਿਆ। ਤਾਂ ਇਹਦਾ ਗਾਂਧੀ ਜੀ ਨੇ ਵੀ ਵਿਰੋਧ ਕੀਤਾ, ਪੰਜਾਬ ਤੋਂ ਵੀ ਵਿਰੋਧ ਕੀਤਾ। ਤਾਂ ਫਿਰ ਇਹ ਤੋਂ ਬਾਅਦ ਇਹਦੇ ਪਿੱਛੇ ਜਲਿਆਂਵਾਲੇ ਬਾਗ ਦੇ ਵਿੱਚ ਹੱਤਿਆਕਾਂਡ ਹੋ ਗਿਆ ਸੀਗਾ, ਡਾਇਰ ਨੇ ਕੀਤਾ। ਤਾਂ ਤੁਸੀਂ ਇਹ ਤੁਹਾਨੂੰ ਉਮੀਦ ਕਰਦਾ ਵੀ ਇੱਥੋਂ ਤੱਕ ਪੂਰੇ ਕੁਐਸਚਨ ਕਲੀਅਰ ਹੋਣਗੇ। ਦੇਖੋ 20ਵਾਂ ਕੁਐਸਚਨ ਆ, ਦ ਰੌਲਟ ਐਕਟ ਪਾਸ ਟੂ। ਤਾਂ ਇਹਦੇ 'ਚ ਤੁਹਾਡੀਆਂ 4 ਆਪਸ਼ਨਾਂ ਨੇ ਵੀ ਮਤਲਬ ਕਿ ਕਾਹਦੇ ਲਈ ਇਹ ਪਾਸ ਹੋਇਆ ਸੀਗਾ। ਤਾਂ ਇਹ ਤੁਸੀਂ ਕਮੈਂਟ ਕਰਕੇ ਆਨਸਰ 20ਵੇਂ ਦਾ ਤੁਸੀਂ ਦੱਸਣਾ।
ਤਾਂ ਜਿਨ੍ਹਾਂ ਨੂੰ ਕੁਐਸਚਨਾਂ ਦੀ PDF ਚਾਹੀਦੀ ਹੋਈ ਉਹ ਸਾਡੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦਾ। ਇਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਵੀ ਮਿਲ ਜੂਗਾ। ਬਾਕੀ ਆ ਤੁਹਾਡੇ ਸਾਹਮਣੇ ਇੱਥੇ ਇਹਦਾ ਹੈਂਡਲ ਹੈ ਵੀ ਆ। ਅਤੇ ਤੁਸੀਂ ਜਿਨ੍ਹਾਂ ਨੇ ਹਜੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਰਿਕੁਐਸਟ ਆ ਵੀ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ। ਔਰ ਇਸ ਤੋਂ ਬਾਅਦ ਤੁਸੀਂ ਕਿਹੜੇ ਟੌਪਿਕ ਦੀ ਜਾਂ ਫਿਰ ਕਿਹੜੇ ਚੈਪਟਰ ਦੀ ਵੀਡੀਓ ਚਾਹੁੰਦੇ ਹੋ ਉਹ ਵੀ ਤੁਸੀਂ ਕਮੈਂਟ ਕਰਕੇ ਆਪਣਾ ਜਵਾਬ ਆ ਜਿਹੜਾ ਉਹ ਜ਼ਰੂਰ ਦੱਸਿਆ ਕਰੋ। ਤਾਂ ਫਿਰ ਅਸੀਂ ਉਹੀ ਟੌਪਿਕ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਵੀਡੀਓ ਦੇਖਣ ਲਈ ਤੁਹਾਡਾ ਥੈਂਕ ਯੂ।